नेक्स्ट टॉपिक शुरू कर रहे हैं। नेक्स्ट आना अपने को रिफ्रैक्शन थ्रू कंपाउंड स्लैब। रिफ्रैक्शन थ्रू कंपाउंड स्लैब। करिए शुरू। consider a compound slab which consists of multiple medium whose refractive indices are mu b, and mu c respectively. Whose refractive indices are mu b and mu c respectively. So let AB be the incident ray. Let AB be the incident ray which strike on the interface. AB be the incident ray which strikes on the interface. At an angle I. At an angle I. Now the light gets refracted multiple times. Now light gets refracted multiple times through the compound slab. Now the light gets refracted multiple times through the compound slab. As shown in figure. Okay, figure now draw कर ली। figure draw कर ली बेटा नाल। शुरू कर लेंगे विद तो द टॉपिक है बनना रिफ्रैक्शन थ्रू कंपाउंड स्लैब ਦੇ ਅੰਦਰ ਕਿ ਜੇ ਤੁਹਾਡੇ ਕੋਲ ਮਲਟੀਪਲ ਮੀਡੀਅਮ ਦਿੱਤੇ ਮੰਨ ਲਓ ਨੇ ਕਿ ਨੂਮੈਰੀਕਲ ਦਿੱਤਾ ਕਿ ਵੀ ਇੱਕ ਲੈਂਸ ਗਿਵਨ ਆ ਪਹਿਲੋ ਲੈਂਸ ਨੂੰ ਤੁਸੀਂ ਐਸ ਚ ਜਦੋਂ 에ਅਰ ਚ ਰੱਖਿਆ ਠੀਕ ਹੈ ਜੀ ਉਹਦੇ ਚ ਲਾਈਟ ਦੀ ਰਿਫਲੈਕਸ਼ਨ ਹੋਈ ਮੁੜ ਕੇ ਉਹਨੇ ਕਹਿਣਾ ਜੀ ਉਹਦੀ ਕੁਝ ਫੋਕਲ ਲੈਂਥ ਗਿਵਨ ਦੂਜੇ ਨੇ ਕਹਿਤਾ ਕਿ ਵੀ ਤੁਸੀਂ ਲੈਂਸ ਨੂੰ ਚੁੱਕ ਕੇ ਵਾਟਰ ਮੀਡੀਅਮ ਚ ਰੱਖ ਦਿੱਤਾ ਹੈ ਨਾ ਕਹਿੰਦਾ ਜੀ ਉਹਦੀ ਨਵੀਂ ਫੋਕਲ ਲੈਂਥ ਕਰੋ ਇਹਦਾ मतलब ਜਦੋਂ ਮੈਂ ਮੀਡੀਅਮ ਬਦਲਿਆ ਔਰ ਉਹਦੀ ਦੁਬਾਰਾ ਫੋਕਲ ਲੈਂਥ ਕੱਟਣੀ ਹੈ ਤਾਂ ਲਾਈਟ ਆਨ ਕਰ ਲਓ हैं जल्दी आ जा 4 बजे का टाइम मौसम मार ਉਹਨਾਂ ਦੇ ਨਾਲ ਆ ਜਾ ਕਿੱਥੇ ਜੋ ਬੈਠੇ बेंच इधर काट ठीक है देख रहे हैं ओके चलो सो ਜਦੋਂ ਤੁਹਾਡੇ ਕੋਲ ਲੈਂਸ ਨੂੰ ਪਹਿਲਾਂ 에ਅਰ ਮੀਡੀਅਮ ਚ ਰੱਖਿਆ ਔਰ ਮੁੜ ਕੇ ਲੈਂਸ ਨੂੰ ਅਸੀਂ ਵਾਟਰ ਮੀਡੀਅਮ ਚ ਰੱਖਿਆ ਨਾ ਉਹਨੇ ਕਿਹਾ ਕਿ ਉਸ ਮੂਵਮੈਂਟ ਦੇ ਜਦੋਂ ਸੈਕਿੰਡ ਟਾਈਮ ਫੋਕਲ ਲੈਂਥ ਕੱਢਣੀ ਉਦੋਂ ਮੀਡੀਅਮ ਕਿਹੜੇ ਇਨਵੋਲਵ ਯਾਨੀ ਜੇ ਮੇਰੇ ਕੋਲ ਆ ਲੈਂਸ ਮੈਂ ਐਸਾ ਚ ਲਵਾਂ ਮੇਰੇ ਕੋਲ ग्लास लेंस
पहलों ਇਹਦੇ ਐਸਐਚ ਕਹਿੰਦਾ ਜੀ ਜਦੋਂ ਮੀਡੀਅਮ ਇਨਵੋਲਵ ਕਰਾਂ ਇੱਕ 에ਅਰ ਤੇ ਇੱਕ ਗਲਾਸ ਦੋ ਮੀਡੀਅਮ ਜਦੋਂ ਇਸੇ ਲੈਂਸ ਨੂੰ ਤੁਸੀਂ ਵਾਟਰ ਮੀਡੀਅਮ 'ਚ ਰੱਖ ਲਿਆ ਠੀਕ ਹੈ ਇਸੇ ਲੈਂਸ ਨੂੰ ਵਾਟਰ ਮੀਡੀਅਮ 'ਚ ਰੱਖ ਲਿਆ ਤੇ ਉਦੋਂ ਜਿਹੜੇ ਦੋ ਮੀਡੀਅਮ ਇਨਵੋਲਵ ਕਿਹੜੇ ਕਿਹੜੇ ਹੋ ਗਏ ਜਿਹੜੇ ਦੋ ਮੀਡੀਅਮ ਆ ਗਏ ਗਲਾਸ ਤੇ ਵਾਟਰ ਆ ਗਏ ਹਨ ਹੁਣ ਨਾਰਮਲੀ ਨੂਮੈਰੀਕਲ ਵਿੱਚ ਤੁਹਾਨੂੰ ਕੀ ਹੋਏਗਾ ਗਲਾਸ ਦਾ ਰਿਫਰੈਕਟਿਵ ਇੰਡੈਕਸ ਦੱਸਿਆ ਹੋਊਗਾ ठीक है जी ग्लास का मान लो लेकिन रिफ्रैक्टिव इंडेक्स 1.5 का वाटर का रिफ्रैक्टिव इंडेक्स दसिया होगा 1.33 इसमें ना कुछ भी ठीक है उन्हें क्या जी इस मोमेंट ते जेडे दो मीडियम इन्वॉल्वड आ वो मेरा वाटर ते ग्लास ते मेनू वाटर ते ग्लास का रिस्पेक्टिवली रिफ्रैक्टिव इंडेक्स नहीं है जदों भी मेनू क्वेश्चन च लाइन इंपॉर्टेंट है दिमाग च रखियो ਜਦੋਂ ਵੀ ਮੈਨੂੰ ਕਿਤੇ ਕੁਐਸਚਨ ਦੇ ਅੰਦਰ ਰਿਫਰੈਕਟਿਵ ਇੰਡੈਕਸ ਆਫ ਗਲਾਸ ਰਿਫਰੈਕਟਿਵ ਇੰਡੈਕਸ ਆਫ ਆਇਲ ਰਿਫਰੈਕਟਿਵ ਇੰਡੈਕਸ ਆਫ ਵਾਟਰ ਕਿਸੇ ਵੀ ਮੀਡੀਅਮ ਦਾ ਰਿਫਰੈਕਟਿਵ ਇੰਡੈਕਸ ਦਿੱਤਾ ਉਹਦੇ ਰਿਸਪੈਕਟਿਵਲੀ ਹਮੇਸ਼ਾ ਦੂਜਾ ਮੀਡੀਅਮ ਜਿਹੜਾ ਨਾ ਉਹ 에ਅਰ ਯਾਨੀ ਇਹ ਦੋਨੋਂ ਮੀਡੀਅਮ ਦੇ ਰਿਫਰੈਕਟਿਵ ਇੰਡੈਕਸ ਜਿਹੜੇ ਆ ਇਹ ਵਿਦ ਰਿਸਪੈਕਟ ਟੂ 에ਅਰ ਦੱਸੇ ਗਏ ਮੈਂ ਮਿਊ ਜੀ ਪੜ ਲਵਾਂ ਜਾਂ ਇਹਨੂੰ a ਮਿਊ ਜੀ ਪੜ ਲਵਾਂ ਇਹਨੂੰ ਮਿਊ w ਜਾਂ a ਮਿਊ w ਪੜ ਲਵਾਂ ਉਹ ਤਾਂ ਸੇਮ ਪਰ ਜਿਹੜਾ ਮੈਨੂੰ ਇਸ ਵੇਲੇ ਤੇ ਚਾਹੀਦਾ ਰਿਫਰੈਕਟਿਵ ਇੰਡੈਕਸ ਹੈ ਨਾ ਉਹ ਹੋਏਗਾ ਰਿਫਰੈਕਟਿਵ ਇੰਡੈਕਸ ਆਫ ਕਹਿੰਦਾ ਜੀ ਗਲਾਸ ਵਿਦ ਰਿਸਪੈਕਟ ਟੂ ਵਾਟਰ ਇਹਦਾ ਮਤਲਬ ਜਿਹੜੇ ਦੋ ਮੀਡੀਅਮ ਮੈਨੂੰ ਗਿਵਨ ਹੈ ਨਾ ਉਹ ਹੈ ਕਿ ਗਲਾਸ ਔਰ ਵਾਟਰ ਜਿਹੜਾ ਮੈਨੂੰ ਚਾਹੀਦਾ ਰਿਫਰੈਕਟਿਵ ਇੰਡੈਕਸ ਆਫ ਗਲਾਸ ਤੇ ਵਾਟਰ ਦਾ ਇੱਕ ਦੂਜੇ ਦੇ ਰਿਸਪੈਕਟਿਵਲੀ ਹੁਣ ਆ ਹੈ ਨਹੀਂ ਆ ਹੈਗੇ ਆ ਇਹਨਾਂ ਦੋਨਾਂ ਦੀ ਹੈਲਪ ਨਾਲ ਜਿਵੇਂ ਇਹਨੂੰ ਲਿਖਣਾ ਹੋਵੇ ਨਾ ਤੇ ਇਹਦੇ ਲਈ ਮੇਰਾ ਆ ਟੌਪਿਕ ਆ ਰਿਫਰੈਕਸ਼ਨ ਥਰੂ ਕੰਪਾਊਂਡਸ ਹੈ कि भी जे मान लो मेरे को एक रिफ्रैक्टिव इंडेक्स म्यू भी देता एक म्यू से देता है ना और एक मेनू एयर दा के कह लो कि इस बाहरले मीडियम दा रिफ्रैक्टिव इंडेक्स म्यू के देता ते मैं बी और सी दे रिफ्रैक्टिव इंडेक्स नु आपस लिंक करना ਉਹਨੂੰ ਕਹਿੰਦਾ ਜੀ ਲਿੰਕ ਕਰਨ ਦਾ ਕੀ ਮੈਥਡ ਹੋਏ ਉਹਦੇ ਲਈ ਅਸੀਂ ਮਾਡਲ ਲਿਖਦੇ ਕਿ ਇੱਕ ਕੰਪਾਊਂਡਸ ਰਹਿ ਮੈਂ ਇਹਦੀ ਐਗਜ਼ਾਮਪਲ ਕੇ ਵਾਰੀ ਦਿੰਦਾ ਹਾਂ ਪੇਪਰ ਵੇਟ ਆ ਗਿਆ ਜਿਹਦੇ ਚ ਕੋਈ ਪੇਪਰ ਵੇਟ ਚ ਲਿਕੁਇਡ ਭਰਿਆ ਹੋਇਆ ਹੈ ਨਾ ਹੁਣ ਉਹ ਲਿਕੁਇਡ ਆ ਗਿਆ फिर ਉਹ ਚ ਮੰਨ ਲਓ ਜੀ ਇੱਕ ਪ੍ਰਿਜ਼ਮ ਸ਼ੇਪ ਚ ਮੰਨ ਲਓ ਪੇਪਰ ਵੇ ਹਨਾ ਉਹਦੇ ਚ ਅੱਧੇ ਹਿੱਸੇ ਦੇ ਵਿੱਚ ਉਹਨੇ ਜਿਹੜਾ ਵਾ ਕਹਿੰਦਾ ਜੀ ਕੋਈ ਲਿਕੁਇਡ ਭਰਦਾ ਅੱਧੇ ਹਿੱਸੇ ਦੇ ਅੰਦਰ ਕੋਈ ਉਹਨੇ ਆਇਲ ਭਰ ਦਿੱਤਾ ਹੋਊ ਠੀਕ ਹੈ ਹੁਣ ਉਹਦੇ ਥੱਲੇ ਮੈਂ ਇੱਕ ਸਕ੍ਰੈਚ ਲਾਤਾ ਹੁਣ ਸਕ੍ਰੈਚ ਨੂੰ ਜਦੋਂ ਮੈਂ ਐਸਐਚਓ ਪੇਪਰ ਵੇਟ ਦੇ ਥਰੂ ਦੇਖਦਾ ਪਿਆ ਤੇ ਲਾਈਟ ਜਿਹੜੀ ਮੇਰੇ ਕੋਲ ਕੀ ਹੋਏਗੀ ਕਹਿੰਦਾ ਜੀ ਉਹ ਕਹ ਲਓ ਸਕ੍ਰੈਚ ਤੋਂ ਟਰੈਵਲ ਕਰਕੇ ਫਿਰ ਉਸ ਲਿਕੁਇਡ ਚ ਗਈ ਜਿਹੜਾ ਵੀ ਕੋਈ ਗਿਵਨ ਹੋਏਗਾ ਉਸ ਤੋਂ ਬਾਅਦ ਮੰਨ ਲਓ ਵਾਟਰ ਚ ਗਈ ਫਿਰ 에ਅਰ ਚ ਇਹ ਮਤਲਬ ਜਦੋਂ ਉਹ ਮਲਟੀਪਲ ਮੀਡੀਅਮ ਇਨਵੋਲਵਡ ਆ ਤੇ ਉਹਨੂੰ ਮਲਟੀਪਲ ਮੀਡੀਅਮ ਨੂੰ ਸੀ ਕੰਪਾਊਂਡ ਸਲੈਬ ਦਾ ਨਾਮ ਦਿੰਦੇ ਉਹ ਕਹਿੰਦਾ ਇਹਨਾਂ ਦੇ ਰਿਫਰੈਕਟਿਵ ਇੰਡੈਕਸ ਆਪਸ ਵਿੱਚ ਜਦੋਂ ਲਿੰਕ ਕਰਨੇ ਤੇ ਕਿਹੜੇ ਬਿਨਾਂ ਉਹਦਾ ਫਾਰਮੂਲਾ ਡਰਾਈਵ ਕਰਾਂਗੇ ਉਹਦੇ ਲਈ ਕਰਾਂਗੇ ਕਿ ਇਕਵਲ ਜਨਰਲਾਈਜ਼ ਨੂੰ ਬਿਨਾਂ ਦੱਸਣ ਲੱਗਿਆ ਤੁਸੀਂ ਐਸਐਚ ਆ ਤਿੰਨ ਇੰਟਰਫੇਸ ਬਣੇ ਤਿੰਨਾਂ ਇੰਟਰਫੇਸ ਦੇ ਵਾਰੀ ਸਨੈਲ ਲਾਅ ਲਾ ਦਿਓ ਤਿੰਨ ਇਕੁਏਸ਼ਨ ਬਣਨਗੀਆਂ ਤਿੰਨਾਂ ਨੂੰ ਮਲਟੀਪਲਾਈ ਕਰਾਂਗੇ ਉਹਨੂੰ ਸਿੰਪਲੀਫਾਈ ਕਰਾਂਗੇ ਤੇ ਆਪਣੇ ਕੋਲ ਰਿਜ਼ਲਟੈਂਟ ਜਿਹੜਾ ਵਾ ਉਹ ਰਿਲੇਸ਼ਨ ਡਿਵੈਲਪ ਹੋ ਜਾਏਗਾ इन्नी गल समझ लगती भी इना क्लियर है बच्चे जो दस रहे हैं यस हाँ जी सर शुरू करो जी नेक्स्ट लाइन को नाउ अप्लाई स्नेल लॉ अप्लाई स्नेल्स लॉ एट बी स्नेल लॉ लिखने का मेथड दसो ਕੀ ਹੁੰਦਾ ਜੀ ਜਿਹੜਾ ਰਿਫਰੈਕਟਿਵ ਇੰਡੈਕਸ ਹੈ ਤੇ ਜਿਹੜਾ ਉਸ ਮੀਡੀਅਮ ਦਾ ਐਂਗਲ ਆ ਇਹਨਾਂ ਦੋਨਾਂ ਦੀ ਪ੍ਰੋਡਕਟ ਜਿਹੜੀ ਇਸ ਪੁਆਇੰਟ ਤੇ ਆ ਰਿਫਰੈਕਟਿਵ ਤੇ ਆ ਐਂਗਲ ਦੀ ਪ੍ਰੋਡਕਟ ਦੇ ਕਿੰਨਾ ਜੀ ਇਕੁਅਲ ਇਹ ਮਤਲਬ ਜੇ ਲਿਖਣਾ ਹੋਵੇ ਤਾਂ ਕੀ ਲਿਖ ਦਾਂਗੇ ਬੇਟਾ mu a into sin i equal to mu b into sin r ठीक है जी तो therefore sin i by sin r1 रेशियो आ जाएगी अपने को mu b by mu a that can be written equal to a mu b क्लियर है जितना लिखदा मैं ठीक है ना ऊपर हमेशा o मीडियम आ इस कॉमन सिंबल के अंदर जितो इंसिडेंट रे आ नीचे हमेशा o मीडियम आ जितो रिफ्रैक्टेड रे ठीक है बोलने लगे सी को रिफ्रैक्टिव इंडेक्स ऑफ मीडियम b विद रिस्पेक्ट टू मीडियम a बोलने लगे पहले रिफ्रैक्टेड दा रिफ्रैक्टिव इंडेक्स बोलेंगे फिर इंसिडेंट रे दा बोलेंगे clear है निकल similarly apply Snell's law at C therefore condition आ जाएगी mu b into sin r1 mu b into
sin r1 equal to mu c into sin r2, which implies sin r1 over sin r2 equal to आ जाएगा mu c by mu b, और इन उसे डिफाइन कर देंगे b mu c। सिमिलरली कहता जी नेक्स्ट पॉइंट आ जाएगा एट डी, डी देते हुए एक कंडीशन लगा दो mu c into sin r2 equal to mu a, बाहर के पास से आके फिर वाला रिफ्रैक्टिव इंडेक्स a आ जाएगा mu a into sin of e। इधर तो कंडीशन लिख दो, अपने को कंडीशन बन जाएगी sin r2 over sin e इक्वल टू आ जाएगा mu a by mu c। ठीक है, अब मैं क्या आ जाऊंगा ये उसके पीछे नहीं लिख रहे, इधर आ जाओगे c mu a। तीन इक्वेशन आ गया जी। चलो अपने को तीन इक्वेशन बिल्डअप हो गया, तीनों के तीनों इक्वेशन आपस में मल्टीप्लाई कर दो बेटा, तीनों इक्वेशन मल्टीप्लाई करो क्या अपना रिजल्ट की आ जाएगा, लेफ्ट नो लेफ्ट साइड में मल्टीप्लाई करते चलो टर्म बन जाएगी sin i by sin r1 इनटू आ जाएगा sin r1 ओवर sin r2 इनटू आ जाएगा अपने को sin r2 ओवर sin e इक्वल टू दूसरी साइड है अपने को a mu b इनटू b mu c इनटू c mu a। इधर चलो तो sin r1 sin r2 आपस के आंसर, इधर अपने को रहेगा sin i by sin e। ऑलरेडी अपन चीज प्रूव की जैसे कि एंगल ऑफ इंसिडेंस से एंगल ऑफ कन्वर्जेंस आपस की में इक्वल, इसलिए आप मेरे को टर्म टेडी कैंसिल हो जाए, फिर देयरफॉर बाकी सारी टर्म का रिजल्ट लिख लो। देयरफॉर 1 इक्वल टू यही टर्म का रिपीट करें a mu b into b mu c into c mu a। हो गया ना, इतना कर लिया बच्चे? यस सर। Yes, sir. चल ਹੁਣ ਇਹਦੇ ਵਿੱਚੋਂ b mu c ਜਿਹੜਾ ਆ ਦੋ ਮੀਡੀਅਮ ਆ ਇਹ ਵਾਲੀ ਟਰਮ ਭਾਵੇਂ ਇਸ ਸਾਈਡ ਹੈ ਆਪਣੀ ਕੋ ਟਰਮ ਆ ਜਾਏਗੀ 1 ਓਵਰ b mu c ਇਕੁਅਲ ਟੂ ਇਹ c mu ਜਿਹੜੀ ਮਰਜ਼ੀ ਕਰ ਲੈ a mu b into c mu a। ਆ ਚੀਜ਼ ਬੜੀ ਸਿੰਪਲ, ਜੇ ਰਿਫਰੈਕਟਿਵ ਇੰਡੈਕਸ 에ਅਰ ਆਪਾਂ ਗਲਾਸ ਦਾ ਲਿਖਦੇ ਹਾਂ ਵਿਦ ਰਿਸਪੈਕਟ ਟੂ 에ਅਰ ਇਹਨੂੰ 1 ਓਵਰ g mu a ਲਿਖ ਸਕਦੇ ਜੀ। आप जो लिख रहे हैं कि जे ग्लास का रिफ्रैक्टिव इंडेक्स एयर का रिस्पेक्टिवली अपन डिफाइन कर देते हैं, है ना, ते ये रेसिप्रोकल है एयर का रिफ्रैक्टिव इंडेक्स विद रिस्पेक्ट टू ग्लास, ते एक रेसिप्रोकल टर्म लिखी पई है केवल इनो अपन लिखना था की लिख दी वेल इनो डिफाइन करो c mu b इट शुड बी इक्वल टू a mu b a2 आ जाएगा c mu a। एक रिलेशन इतना रह जाएगा, दूसरा तुझे ये कर सकते कि ए भी एज सच रिफ्रैक्टिव इंडेक्स जेड़ा वा मैं पहले बोले सी एक लाइन समझ लियो कि भी बी दा रिफ्रैक्टिव इंडेक्स वो भी ए दे रिस्पेक्टिवली दसया होएगा, सी दा रिफ्रैक्टिव इंडेक्स वो भी ए दे रिस्पेक्टिवली दसया होगा मैं, यानी आ मान लो वाटर होवे वाटर दा रिफ्रैक्टिव इंडेक्स वो भी विद रिस्पेक्ट टू एयर, ग्लास दा रिफ्रैक्टिव इंडेक्स वो भी मेरा विद रिस्पेक्ट टू एयर दसया होवे, ते मैं इना दोनों नु लिंक करना है ना, ओदे लई आ दो मीडियम दा कढ ले। इधर जे मैं देखा ते ए b दा विद रिस्पेक्ट टू a आ गया, पर आ किदा वा ए a विद रिस्पेक्ट टू c है, मतलब इधर रेसिप्रोकल पढ़ ली, इस मतलब अपन इसी चीज को इस के अंदर प्रेजेंट कर दिए c mu b इट कुड बी रिटन इक्वल टू a mu b ओवर किया जी इधर रेसिप्रोकल बोलो किया जो यानी ओवर आ गया a mu c। ਇਹਦਾ मतलब b ਦਾ ਜਿਹੜਾ ਰਿਫਰੈਕਟਿਵ ਇੰਡੈਕਸ ਹੋਏਗਾ ਵਿਦ ਰਿਸਪੈਕਟ ਟੂ a ਤੇ ਜਿਹੜਾ c ਦਾ ਰਿਫਰੈਕਟਿਵ ਇੰਡੈਕਸ ਹੋਏਗਾ ਵਿਦ ਰਿਸਪੈਕਟ ਟੂ a, ਇਹਨਾਂ ਦੋਨਾਂ ਦੇ ਕੀ ਲਿਖ ਲਓ
रेशियो ठीक है जी ते ਇਹਨਾਂ ਦੋਨਾਂ ਦੀ ਰੇਸ਼ੀਓ ਤੁਹਾਡੇ b ਦਾ ਰਿਫਰੈਕਟਿਵ ਇੰਡੈਕਸ ਵਿਦ ਰਿਸਪੈਕਟ ਟੂ c ਡਿਫਾਈਨ ਕਰ ਦੇਗਾ ਆ ਆਪਣੇ ਕੋਲ ਰਿਲੇਸ਼ਨ ਹੋਏਗਾ ਕਿ ਜੇ ਦੋ ਮੀਡੀਅਮ ਦਾ ਰਿਫਰੈਕਟਿਵ ਇੰਡੈਕਸ ਮੈਨੂੰ ਕਿਸੇ ਕਾਮਨ ਮੀਡੀਅਮ ਨਾਲ ਦਿੱਤਾ ਹੋਇਆ ਠੀਕ ਹੈ ਤੇ ਇਹਨਾਂ ਨੂੰ ਆਪਸ ਵਿੱਚ ਲਿੰਕ ਕਰਨਾ ਤੇ ਦੋਨਾਂ ਦੇ ਰਿਫਰੈਕਟਿਵ ਇੰਡੈਕਸ ਦੀ ਰੇਸ਼ੀਓ ਡਿਫਾਈਨ ਕਰ ਦੋ ਤੁਹਾਡੇ ਕੋਲ ਆ ਆਪਸ ਵਿੱਚ ਅੰਦਰ ਦੀ ਰਿਲੇਸ਼ਨ ਆ ਜਾਏਗਾ ਇੱਕ ਵਾਰੀ ਸਟੈਪ ਸਾਰੇ ਨਿਗਾਹ ਮਾਰ ਕੇ ਦੇਖੋ क्लियर ਇਹਨਾਂ क्लियर है बच्चे Yes, sir. एक बार देखो जो लग रहा है कोई स्टेप का डाउट है हाँ जी एक बार देख लो जो लग रहा है कुछ पूछने वाला तो बोलो नेक्स्ट टॉपिक है थोड़े को रियल एंड एपरेंट डेप्थ ऑफ ए टैंक ये नाल एक क्वेश्चन फॉर्म भी बना दिए why a water tank appear to be shallower why a water tank appear to be shallower हो गया जी चलो करिए शुरू consider water is to be filled in a container consider water is to be filled in a container and let refractive index of water and let the refractive index of the water and let the refractive index of water is the mu w for symbol define w and let refractive index of water is mu w with respect to air with respect to air when any object is to be placed in water medium when any object is to be placed in water medium and we observe it from the what line and we observe it from the rarer medium side and we observe it from the rarer medium and we observe it from the rarer medium side brackets such as air medium then apparent position of the object then apparent position of the object appear to be raised then apparent position of the object appear to be raised as compared to its real depth as compared to its real depth this is due to refraction of light this is due to refraction of light as shown in figure as shown in figure
फिगर ना बना लीजिए। नाम लिख रहे हो बेटा, कोई ऑनलाइन वाले हो? Yes, sir. Yes, sir. चल फिगर रे डायग्राम कर ली ड्रॉ। हो गया? करिए शुरू। हो गया कि नहीं? क्वेश्चन देना है? कर लीजिए। करिए जी। करिए बेटा, हो गया ना? Yes, sir. चल नेक्स्ट टाइम तो करो शुरू। now when इधर शुरू कर लो। now when we observe the object, now when we observe the object O, now when we observe the object O, when we observe the object O in a normal direction, in a normal direction, brackets लिख लियो, that is perpendicular to the interface, in a normal direction that is perpendicular to the interface, then light suffer no refraction, 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 but when same object is observed, but when same object is observed, when the same object is observed from the position B, from the position B, from the position B, that is at an angle I, that is at an angle I, that is at an angle I, then light suffer refraction, then light suffer refraction, then light suffer refraction, and its apparent image will be formed, then light suffer refraction and its apparent image will be formed, and its apparent image will be formed at the point A, at the point I, then its apparent image will be formed at the position I. हो गया जी? चलो नेक्स्ट apply Snell's law. Apply Snell's law. Apply Snell's law at B. Apply Snell's law at B. Apply Snell's law at B. Therefore, mu W into sine I equal to mu A into sine R, which implies sine I by sine R equal to mu A by mu W equal to आ जाएगा W mu A. Now in triangle OAB, in triangle OAB, sine I equal to AB over OB.
sin I equal to AB by OB, and in triangle IAB, in triangle IAB, sin R equal to AB over IB, which implies दोनों वैल्यू पुट अप करके आ जाएगा AB over OB into IB over AB equal to W mu A, AB कैंसिल आउट करके टर्म आ जाएगी IB by OB equal to W mu A, और आगे निकलांगे तो, और OB by IB equal to A mu W. हो गया जी, इतना हो गया बेटा। Yes. Yes, sir. चलो नेक्स्ट लाइन चलिए क्यों, if point A and B are very much close to one another, if एक word add कर दो मुझे, if we assume point A and B, if we assume point A and B are very much close to each other, are very much close to each other, then replace B with A, then replace B with A, therefore OA by IA equal to A mu W, which implies X over Y equal to A mu W, X by Y equal to A mu W. Here X is the real depth, X is the real depth of object, Y is the apparent depth of object. Therefore A mu W equal to a real depth over apparent depth. हो गया जी, हो गया बेटा, करा कंटिन्यू। चल नेक्स्ट लाइन सॉल्यूशन, as A mu W equal to 4 by 3, as A mu W equal to 4 by 3 equal to 1.33 greater than 1, therefore real depth should be greater than, therefore real depth should be greater than apparent depth. Real depth should be greater than apparent depth. हो गया ना, नेक्स्ट लाइन, difference between real and apparent depth, difference between real and apparent depth is called as, difference between real and apparent depth is called as normal shift. Difference between real and apparent depth is called as normal shift. Therefore normal shift equal to AO minus AI, AO minus AI equal to AO ना multiply करना तो AO ना करो divide minus AI by AO. Therefore normal shift equal to, normal shift equal to AO into 1 minus AI by AO. Here AO equal to
here AO equal to actual depth, AO equal to actual depth, therefore normal shift equal to actual depth में अपन x ना लिखें बेटा x into 1 minus y by x. हो गया ना? एक ये फॉर्म बहुत मान लो एक और लिखे दे विच एक फॉर्मूला हो लिख इन टर्म्स हो गया पुत्र ना Yes, sir. Yes, sir. चलो एक फॉर्म तो हो लिख लो ऐसे रिजल्ट में इन terms of refractive index of given medium we may write normal shift equal to x into 1 minus 1 over a mu w. Normal shift equal to x into 1 minus 1 by a mu w because a mu w equal to x over y. A mu w equal to x by y. हो गया ना जी पहले कर देना हो गया चल टॉपिक एक बार करिए कंप्लीट टॉपिक को दे सीगा कि भी एपरेंट ਤੇ ਰੀਅਲ ਡੈਪਥ ਦੇ ਅੰਦਰ ਕਿੰਨਾ ਜੀ ਡਿਫਰੈਂਸ ਕੀ ਹੈਗਾ ਆਪਣੇ ਤੇ ਮੈਂ ਉਸ ਦਿਨ ਵੀ ਇੱਕ ਕੁਐਸਚਨ ਜੁੜਿਆ ਕਿ ਵੀ ਮੰਨ ਲਓ ਕੋਈ ਫਿਸ਼ਰਮੈਨ ਹੈ ਨਾ ਕੋਈ ਮੱਛਲੀ ਫੜਨ ਵਾਲਾ ਉਹਨੇ ਜੇ ਸਪੀਅਰ ਮਾਰ ਕੇ ਠੀਕ ਹੈ ਉਹਨੇ ਭਾਲਾ ਮਾਰ ਕੇ ਜੇਕਰ ਕਿਸੇ ਫਿਸ਼ ਨੂੰ ਪਕੜਨਾ ਤੇ ਉਹਨੂੰ ਇੱਕ ਕਨਸੈਪਟ ਪਤਾ ਕਿ ਜਿੱਥੇ ਕਿ ਮੈਨੂੰ ਫਿਸ਼ ਦਿਖਦੀ ਪਈ ਹੈ ਨਾ ਅਸਲ 'ਚ ਉੱਥੇ ਨਹੀਂ ਹੈਗੀ ਉਸ ਤੋਂ ਜ਼ਿਆਦਾ ਡੈਪਥ ਦੇ ਉੱਤੇ दूसरा सी क्वेश्चन पढ़िया 10th भी पढ़िया कि स्टार somewhat appear to be raised than the actual जिथे ਮੈਨੂੰ ਸਟਾਰ ਲੱਗਦਾ ਪਿਆ ਕਹਿੰਦਾ ਜੀ ਉਹਦੇ ਨਾਲੋਂ ਕਹਿੰਦਾ ਜੀ ਸਟਾਰ ਦੀ ਐਕਚੁਅਲ ਪੋਜੀਸ਼ਨ ਜਿਹੜੀ ਥੋੜੀ ਥੱਲੇ ਹੁੰਦੀ ਹੈ ਨਾ ਕਹਿੰਦਾ ਜੀ all these are due to ਅਸੀਂ ਕਹਿੰਦੇ ਰਿਫਰੈਕਸ਼ਨ ਉੱਥੇ ਅਸੀਂ ਵਰਡ ਬੋਲ ਦਾਂਗੇ ਉਹ ਐਟਮੋਸਫੈਰਿਕ ਰਿਫਰੈਕਸ਼ਨ ਆ ਇਹ ਮੇਰੇ ਕੋਲ ਸਿੰਪਲ ਅਸੀਂ ਕਹਿੰਦੇ ਜੀ ਰਿਫਰੈਕਸ਼ਨ ਥਰੂ ਦਾ ਮੀਡੀਅਮ ਆ ਗਿਆ ਠੀਕ ਹੈ ਉਹ ਕਹਿੰਦਾ ਐਸਾ ਚ ਇਹਦਾ ਇੱਕ ਕੁਐਸਚਨ ਅਸੀਂ ਬਣਾ ਦਿੰਦੇ ਕਿ ਕੋਈ ਵਾਟਰ ਟੈਂਕ ਦਾ ठीक है जी वो मेनू एसएच घट डूंगा लगदा जिन्ना असल च हैगा यानी वाटर टैंक अपीयर टू बी शैलोअर देन द कहना जी एक्चुअल ओदा रीजन की है ते खुद सारे क्वेश्चन आंसर लिखो दिस इज ड्यू टू कहना जी रिफ्रैक्शन ऑफ लाइट ओनु जस्टिफाई करन लई आपा केस इदा बनाया कि जे एक ऑब्जेक्ट आ डेंसर मीडियम च पिया ठीक है कोई भी एक ऑब्जेक्ट मेरे को वाटर चा किसी एक डेंसर मीडियम च पिया ते एसएच इस ऑब्जेक्ट को जदों तुसी ऑब्जर्व करने पे रेयर मीडियम साइड ਤੇ ਕਹਿੰਦਾ ਜੀ ਰੇਅਰ ਮੀਡੀਅਮ ਚ ਮੈਂ ਦੇਖਦਾ ਕਿੱਥੋਂ ਵੀ ਉਹ ਮੈਟਰ ਕਰੇ ਜੇ ਮੈਂ ਇੱਕ ਪਾਣੀ ਦੀ ਬਾਲਟੀ ਭਰ ਕੇ ਰੱਖੀ ਹੋਈ ਆ ਠੀਕ ਹੈ ਔਰ ਮੈਂ ਬਿਲਕੁਲ ਉਹਨੂੰ ਸਿੱਧਾ ਥੱਲੇ ਨੂੰ ਦੇਖਦਾ ਮੈਂ ਤੇ ਉਹ ਚ ਡਿੱਗਿਆ ਹੋਇਆ ਕੁਆਇਨ ਮੈਨੂੰ ਜਿਹੜਾ ਵਾ ਉਹ ਆਪਣੀ ਐਗਜ਼ੈਕਟ ਡੈਪਥ ਤੇ ਲੱਗੇ ਜੋ ਦੀ ਰੀਅਲ ਤੇ ਜੋ ਦੀ ਐਪਰੈਂਟ ਡੈਪਥ ਉਹ ਦੋਨੋਂ ਸੇਮ ਹੋਣ ਪਰ ਜੇ ਮੈਂ ਉਸੇ ਬਾਲਟੀ ਨੂੰ ਕਹਾਂ ਜੀ ਮੇਰੇ ਇੱਥੇ ਪਰੇ ਕਰਕੇ ਰੱਖ ਦੂੰਗੀ ਇਹ ਤੋਂ ਇਨਕਲਾਈਨਡ ਉਹਨੂੰ ਮੈਂ ਅਬਜ਼ਰਵ ਕਰਦਾ ਹਾਂ ਤੇ ਉਸ ਕੇਸ ਦੇ ਅੰਦਰ ਮੈਨੂੰ ਜਿਹੜਾ ਕੁਆਇਨ ਹੋਏਗਾ ਹਨਾ ਜਾਂ ਕਹ ਲਓ ਉਹਦਾ ਜਿਹੜਾ ਬਾਲਟੀ ਦਾ ਥੱਲੜਾ ਹਿੱਸਾ ਵਾ ਹਨਾ ਉਹ ਆਪਣੀ ਥਾਂ ਤੋਂ ਰੇਸ ਲੱਗਦਾ ਪਿਆ ਕਹਿੰਦਾ ਜੀ ਉਹਦਾ ਰੀਜ਼ਨ ਕੀ ਉਹਨੂੰ ਆਪਾਂ ਐਕਸਪਲੇਨ ਇਸ ਵੇ ਨਾ ਕਰਦੇ ਪਏ ਕਿ ਜੇ ਆ ਕੋਈ ਆਬਜੈਕਟ ਡੈਂਸਰ ਮੀਡੀਅਮ ਤੇ ਪਿਆ ਤੇ ਇਸ ਆਬਜੈਕਟ ਤੋਂ ਜਦੋਂ ਲਾਈਟ ਰਿਫਲੈਕਟ ਹੋ ਕੇ ਹਨਾ ਕੋਈ ਵੀ ਆਬਜੈਕਟ ਸਾਨੂੰ ਦੇਖਦਾ ਤਾਂ ਕਿਉਂ ਦਿਖਦਾ ਵੇ ਕਿ ਆਬਜੈਕਟ ਆਪਣੀ ਲਾਈਟ ਛੱਡਦਾ ਨਹੀਂ ਇਹ ਮਤਲਬ ਜਿਹੜੀ ਲਾਈਟ ਉੱਤੇ ਪੈਂਦੀ ਪਈ ਉਹਨੂੰ ਨੇ ਕੀ ਕਰ ਦਿੱਤਾ ਰਿਫਲੈਕਟ ਉਹ ਰਿਫਲੈਕਟ ਕਰਕੇ ਜਿਹੜੀ ਇਹ ਤੋਂ ਕਿਸੇ ਸੋਰਸ ਤੋਂ ਲਾਈਟ ਇੱਥੇ ਪੈਂਦੀ ਸੀਗੀ ਹਨਾ ਉਹ ਤੋਂ ਲਾਈਟ ਰਿਫਲੈਕਟ ਹੋ ਕੇ ਜਦੋਂ ਮੇਰੇ ਕੋਲ ਇਸ ਵਾਟਰ ਮੀਡੀਅਮ ਚੋਂ ਟਰੈਵਲ ਕਰਕੇ इस इंटरफेस पे आई ते इंटरफेस पे आके लाइट की स्पीड बदल जाती ਇਹਦਾ ਨਾਲ ਜਦੋਂ ਲਾਈਟ ਮੇਰੇ ਕੋਲ ਐਸਐਚ ਇਸ ਵਾਟਰ ਤੋਂ 에ਅਰ ਚ ਨਿਕਲੀ ਪਰ ਜੇ ਮੈਂ ਇਹਨੂੰ ਨਾਰਮਲ ਆਬਜ਼ਰਵ ਕਰਦਾ ਪਿਆ ਪਰਪੈਂਡੀਕੂਲਰ ਡਾਇਰੈਕਸ਼ਨ ਅਸੀਂ ਪਿੱਛੇ ਪੜਿਆ ਸੀ ਕੰਡੀਸ਼ਨ ਫॉर नो ਰਿਫਰੈਕਸ਼ਨ ਦੋ ਇਦਾਂ ਦੀਆਂ ਕੰਡੀਸ਼ਨਾਂ ਜਦੋਂ ਲਾਈਟ ਦੀ ਰਿਫਰੈਕਸ਼ਨ ਹੁੰਦੀ ਇੱਕ ਉਹਨਾਂ ਚੋਂ ਸੀਗੀ
कि जे लाइट किसी इंटरफेस उत्ते किदा इंसीडेंट करे कहना जी नॉर्मल, ये वही पहला केस बना ले कि जदों इस इंटरफेस पे लाइट नॉर्मल इंसीडेंट करेगी तो लाइट गोज अनडेविएटेड, एदों मेनू जेडी फिर इमेज होएगी ओदी रियल ते एप्रेंट डेप्थ सेम लगेगी। इना क्लियर है? पर जदों सेम ऑब्जेक्ट नु मैं एंगल पे ऑब्जर्व करदा पे, इस केस च एंगल आई 0 आ, एंगल आर भी 0, ठीक है जी। जदों लाइट नु मैं ऐसा जिस ऑब्जेक्ट नु आ बी पॉइंट तो ऑब्जर्व करदा पे, एक्चुअल दे अंदर बी ਅਸੀਂ बहुत दूर जाके लाया है ना, पर जेड़ा मतलब रियल पोजीशन आ ਉਹ ਚ b is very much closer to कहना जी ਅਸੀਂ ਇਹ assumption ਲੈ ਕੇ ਚੱਲੇ ਕਿ b और a ਜਿਹੜੇ ਨੇ they are very much close to one another। ਸੋ ਜਦੋਂ b ਤੋਂ ਮੈਂ ਸੇਮ ਆਬਜੈਕਟ ਨੂੰ ਆਬਜ਼ਰਵ ਕਰਦਾ ਹਾਂ at an angle I, ठीक है जी। इस मोमेंट पे लाइट किधरों किधर चली, denser to rarer, so it will bend away from the normal, मतलब ये अपने straight path ਤੋਂ away from the normal bend कर। सो ਇੱਥੇ ਮੇਰੇ ਕੋਲ एंगल R ਤੇ एंगल I ਆ, ਅੱਗਿਓਂ ਅਸੀਂ ਆ ਕਹਿ ਦਿੱਤਾ ਕਿ ਜੇ ਆ ਲਾਈਨ ਤੇ ਆ ਲਾਈਨ ਜਿਹੜੀਆਂ ਪੈਰਲਲ ਨੇ ਤੇ ਇਹਨੂੰ ਮੈਂ ਟ੍ਰਾਂਸਵਰਸਲ ਮੰਨਦਾ ਹਾਂ ਤੇ ਫਿਰ ਉਦੋਂ ਆ ਮੇਰੇ ਦੋਨੋਂ ਅਲਟਰਨੇਟ ਐਂਗਲ ਆ ਜਾਣ, ਇਸ ਲਈ ਤੇ ਐਂਗਲ I ਡਿਫਾਈਨ ਕਰ ਲਓ। सिमिलरली आ दोनों मेरे कॉरेस्पॉन्डिंग एंगल आ जाएंगे, ठीक है जी। सो आ मेरे को दो ट्रायंगल OAB ते IAB आ दो ट्रायंगल फॉर्म हो जाते इना वेलो क्लियर। हुन ਇਹਦੇ ਅੰਦਰ ਆਪਾਂ ਐਸਐਚ μ ਦਾ ਰਿਲੇਸ਼ਨ ਦੇਣਾ ਵਾ, ਕਹਿੰਦਾ ਜੀ ਇਹਨਾਂ ਵੇਰੀਏਬਲਸ ਦਾ, ਠੀਕ ਹੈ। ਰੀਅਲ ਡੈਪਥ ਦੀ x ਵਾ, ਐਪਰੈਂਟ ਡੈਪਥ ਜਿਹੜੀ ਅਪੀਅਰ ਹੁੰਦੀ ਤੁਹਾਨੂੰ y ਮੰਨੇ, ਇਹਨਾਂ ਦੋਨਾਂ ਵੇਰੀਏਬਲ ਦੇ ਵਿੱਚ μ ਨੂੰ ਲਿੰਕ ਕਰਨ ਵਾਸਤੇ ਆਪਾਂ ਇੱਥੇ ਕਹਿੰਦਾ ਜੀ b ਵਾਲੇ ਇੰਟਰਫੇਸ ਤੇ ਸਨੈਲ ਲਾਅ ਲਾ, ਤੇ ਸਨੈਲ ਲਾਅ ਦੇ ਅਕੋਰਡਿੰਗਲੀ ਸੀਗਾ ਗਿਵਨ ਮੀਡੀਅਮ ਤੇ ਉਹਦਾ ਕਹਿੰਦਾ ਜੀ ਐਂਗਲ ਤੇ ਉੱਪਰ ਵਾਲਾ ਮੀਡੀਅਮ ਤੋਂ ਦਾ ਐਂਗਲ, ਇਹਦੀ ਪ੍ਰੋਡਕਟ ਇਕੁਅਲ। ਉਹ ਆਪਾਂ ਕੰਡੀਸ਼ਨ ਦਿੱਤੀ μw sin i ਤੇ μa sin r, ਉਦੋਂ sin i by sin r ਦੀ ਕੰਡੀਸ਼ਨ ਲਿਖ ਲਓ, ਉਹ w mu a ਦੀ ਫਾਰਮ ਚ ਬਣ। ਆਪਾਂ ਨੂੰ ਕੁਐਸਚਨ ਚ ਕੀ ਗਿਵਨ, ਆਪਣੇ ਕੋਲ ਕਦੀ ਵੀ w mu a ਨਹੀਂ ਦਿੱਤਾ, ਇਹ ਹੈਗਾ ਰਿਫਰੈਕਟਿਵ ਇੰਡੈਕਸ 에ਅਰ ਦਾ ਵਿਦ ਰਿਸਪੈਕਟ ਟੂ ਵਾਟਰ। ਸਾਨੂੰ ਹਮੇਸ਼ਾ ਕੁਐਸਚਨ ਦੇ ਅੰਦਰ ਵਾਟਰ ਦਾ ਰਿਫਰੈਕਟਿਵ ਇੰਡੈਕਸ ਹੋਏਗਾ ਵਿਦ ਰਿਸਪੈਕਟ ਟੂ a, ਇਸ ਲਈ ਇਹਨੂੰ ਵੀ ਰੈਸਿਪਰੋਕਲ ਕਰਨਾ, ठीक है जी। ਉਹਦੇ ਲਈ ਫਿਰ ਅੱਗੇ ਜਾ ਕੇ ਆਪਾਂ ਇੱਥੇ ਕੰਡੀਸ਼ਨ ਬਣਾ ਕੇ ਲਿਖੀ, ਠੀਕ ਹੈ। ਲੇਕਿਨ ਉਸ ਤੋਂ ਪਹਿਲਾਂ sin i ਤੇ sin r ਦੀ ਵੈਲਿਊ ਇਹਨਾਂ ਦੋ ਰਾਈਟ ਐਂਗਲ ਟ੍ਰਾਇੰਗਲ ਚੋਂ ਲੈ ਲਓ। sin i ਦੀ ਵੈਲਿਊ ਮੇਰੇ ਕੋਲ ਜਿਹੜੀ ਆ ਉਹ OAB ਰਾਈਟ ਐਂਗਲ ਟ੍ਰਾਇੰਗਲ ਚੋਂ ਆ, sin r ਦੀ ਵੈਲਿਊ ਮੇਰੇ ਕੋਲ ਜਿਹੜੀ ਆ ਉਹ IAB ਰਾਈਟ ਐਂਗਲ ਟ੍ਰਾਇੰਗਲ ਚੋਂ ਆ। ਐਂਗਲ sin ਦੀ ਪ੍ਰੋਪਰਟੀ ਐਂਡ ਸਾਹਮਣੀ ਸਾਈਡ ਪਰਪੈਂਡੀਕੂਲਰ, ਠੀਕ ਹੈ ਜੀ। 90 ਬਣਦਾ ਹੁੰਦਾ ਪਰਪੈਂਡੀਕੂਲਰ ਤੇ ਬੇਸ ਦੇ ਵਿੱਚ, ਆ ਪਰਪੈਂਡੀਕੂਲਰ ਤੇ ਆ ਹਾਈਪੋਟੇਨਸ ਦਾ, ਇਹਨਾਂ ਦੋਨਾਂ ਦੇ ਨਾਲ sin i ਤੇ ਇਹਨਾਂ ਦੋਨਾਂ ਦੇ ਨਾਲ sin r ਡਿਫਾਈਨ ਕਰ ਦਿਓ। ਆ ਦੋਨੋਂ ਡਿਫਾਈਨ ਕਰਕੇ ਰੇਸ਼ੋ ਦੇ ਵਿੱਚ ਬਣਾ ਲਓ, ਤੁਹਾਡੀ ਟਰਮ ਬਣ ਗਈ w mu a ib by ob। ib ਮੇਰਾ ਕੀ ਆ ਗਿਆ ਜੀ, ib ਮੇਰੀ ਕਿਹੜੀ ਡੈਪਥ ਹੈ ਬਣੀ ਕੋਈ ਨਹੀਂ। ਆਪਾਂ ਕਿਸੇ ਚੀਜ਼ ਦੀ ਮੈਂ ਤੋਂ ਦੱਸਣਾ ਹੋਵੇ ਫਰਸ਼ ਕਿੰਨਾ ਥੱਲੇ ਨੂੰ ਹੈ ਨਾ, ਦੇਖੋ ਤੂੰ ਮੇਰੇ ਤੋਂ ਸਟ੍ਰੇਟ ਵੇ ਇੰਚੀ ਟੇਪ ਲਵਾਂਗਾ ਹੈ ਨਾ, ਜੇ ਮੈਂ ਇਹ ਦੱਸਣਾ ਫਰਸ਼ ਕਿੰਨਾ ਥੱਲੇ ਨੂੰ ਆ ਤੇ ਮੈਂ ਇਨਕਲਾਈਨਡ ਡੈਪਥ ਨਹੀਂ ਲਵਾਂਗਾ। ਇਹ ਵਾਲੀ ਡੈਪਥ ਜਦੋਂ ਲੈਣੀ ਆ ਉਹ ਵਰਟੀਕਲ ਡੈਪਥ ਹੋਣੀ ਆ, ਤੇ ਆਪਣੀ ਇੱਥੇ ਟਰਮ IB ਤੇ OB, IB ਤੇ ਕਹਿੰਦਾ ਜੀ OB, ਆ ਦੋਨੋਂ ਦੀ ਦੋਨੋਂ ਇਨਕਲਾਈਨਡ ਡੈਪਥ ਆਈ। ਇਹਨੂੰ ਇਨਕਲਾਈਨਡ ਡੈਪਥ ਤੋਂ ਇਹਨੂੰ ਐਸਐਚ ਵਰਟੀਕਲ ਡੈਪਥ ਚ ਕਨਵਰਟ ਕਰਨ ਲਈ ਅਸੰਪਸ਼ਨ ਇਹ ਲਗਾਈ ਆ ਕਿ B is very much closer to A, so that we can replace the B with ਕਹਿੰਦਾ ਜੀ, ਉਹਦੇ ਲਈ ਫਿਰ ਆਪਾਂ B ਨੂੰ A ਨਾਲ ਰਿਪਲੇਸ ਕਰ ਲਿਆ। ਇੱਕ A ਕੰਮ ਨਾਲ ਕੀਤਾ ਕਿ ਵੀ ਇੱਥੇ B ਔਰ ਮੇਰੇ ਕੋਲ ਜਿਹੜਾ ਉਹ A ਚ ਕਨਵਰਟ ਕਰ ਦੋ, ਯਾਨੀ IA over OA ਆਉ, ਤੇ ਨਾਲ ਹੀ ਇਹਨੂੰ ਰੈਸਿਪਰੋਕਲ ਤੇ ਇਹਦਾ ਵੀ ਰੈਸਿਪਰੋਕਲ ਲਿਖ, ਠੀਕ ਹੈ। तो OB by IB ਮੇਰੇ ਕੋਲ A mu W ਡਿਫਾਈਨ ਕਰ ਦੇਗਾ, ਇਹਨਾਂ ਕਲੀਅਰ ਹੈ ਮੈਨੂੰ। ਹੁਣ OB ਮੇਰੀ ਕੀ ਆ ਗਈ, ਨਹੀਂ ਸੌਰੀ ਇੱਥੇ OB ਨਹੀਂ ਆ ਗਿਆ ਨਾ, A ਨਾਲ ਰਿਪਲੇਸ ਕਰ ਲਿਆ ਆਪਣੇ ਕੋਲ, OA ਆਪਣੇ ਕੋਲ ਕੀ ਆ ਗਿਆ, ਇਹ ਆਪਣੀ ਰੀਅਲ ਡੈਪਥ ਤੇ IA ਆਪਣੀ ਜਿਹੜੀ ਕਹਿੰਦਾ ਜੀ ਐਸਐਚ ਐਪਰੈਂਟ ਆ ਗਈ। ਸੋ ਆ ਮੇਰੇ ਕੋਲ ਇੱਕ ਰਿਲੇਸ਼ਨ ਬਣ ਗਿਆ ਕਿ ਵਾਟਰ ਦਾ ਰਿਫਰੈਕਟਿਵ ਇੰਡੈਕਸ ਵਿਦ ਰਿਸਪੈਕਟ ਟੂ 에ਅਰ ਹੈ ਨਾ, ਉਹ ਕਾਦੇ ਕੋਲ ਆ ਗਿਆ रेशियो ऑफ रियल बाय एपरेंट। इथे भी एक गल दिमाग च रखियो, बहुत सारे क्वेश्चन दे अंदर उन्हें ਤੁਹਾਡੇ ਕੋਲ ਐਸਐਚ ਨੂਮੈਰਿਕਲ ਮਿਲੇ, ਕੱਲਾ ਮਿਊ ਸਿੰਪਲ ਯੂਜ਼ ਕਰੇਗਾ। ਇਹ ਦਿਮਾਗ ਚ ਰੱਖਿਓ, ਜਿੱਥੇ ਕੱਲਾ ਮਿਊ ਲੱਗਿਆ ਉਹਦੇ ਉੱਪਰ ਹਮੇਸ਼ਾ ਰੇਲਰ ਦਾ ਤੇ ਥੱਲੇ ਹਮੇਸ਼ਾ ਡੈਂਸਰ। ਇੱਥੇ ਆਪਾਂ a mu w ਲਿਖਿਆ, ਜੇ ਮੈਂ ਬਿਨਾ ਕੋਈ ਮੀਡੀਅਮ ਲਿਖੇ ਸਿੰਪਲ ਮਿਊ ਸਿੰਪਲ ਯੂਜ਼ ਕਰਾਂਗਾ, ਹਮੇਸ਼ਾ ਉੱਚ ਉੱਪਰ ਰੇਲਰ ਤੇ ਨੀਚੇ ਡੈਂਸਰ ਮੀਡੀਅਮ ਕੰਸੀਡਰ ਹੋਏਗਾ, ठीक है। जे ऊपर डेंसर नीचे रेयर है, यानी लाइट डेंसर तो रेयर गई है, वो हमेशा सिंबल डिफाइंड होएगा। जे ऊपर थले कोई मीडियम नहीं डिफाइंड ते हमेशा लाइट उस मीडियम के हिसाब नाल रेयर तो डेंसर च जाएगी। इना क्लियर है जी? कोई ऑनलाइन वाले हो, इना क्लियर हो रहा बेटा? Yes, sir.
ਚਲੋ ਸੋ ਇੱਕ ਰਿਲੇਸ਼ਨ ਸਾਡੇ ਕੋਲ ਫਿਰ ਆ ਬਣ ਗਿਆ, ਇਹਨੂੰ ਆਪਾਂ ਡਿਫਾਈਨ ਕਰ ਦਿੱਤਾ ਕਿ ਰਿਫਰੈਕਟਿਵ ਇੰਡੈਕਸ A mu W, ਜੇ ਮੈਂ ਵਾਟਰ ਵਾਲਾ ਕੇਸ ਲਵਾਂ ਤੇ ਵਾਟਰ ਦਾ ਰਿਫਰੈਕਟਿਵ ਇੰਡੈਕਸ 에ਅਰ ਦਾ ਰਿਸਪੈਕਟਿਵਲੀ, 에ਅਰ ਦਾ ਰਿਫਰੈਕਟਿਵ ਇੰਡੈਕਸ ਵੀ ਯਾਦ ਰੱਖ ਲਓ, 에ਅਰ ਦਾ ਰਿਫਰੈਕਟਿਵ ਇੰਡੈਕਸ ਆਪਣੇ ਆਪ ਚ ਹਮੇਸ਼ਾ ਉਹਦੀ ਵੈਲਿਊ 1.00, ਤੇ ਜਿਹੜਾ ਵੀ ਕੋਈ ਹੋਰ ਮੀਡੀਅਮ ਹੋਏਗਾ ਉਹਦਾ ਰਿਫਰੈਕਟਿਵ ਇੰਡੈਕਸ 에ਅਰ ਨਾਲੋਂ ਹਮੇਸ਼ਾ ਜ਼ਿਆਦਾ ਹੋਏਗਾ, ਹਨਾ। ਹੁਣ ਇਹ ਰਿਫਰੈਕਟਿਵ ਇੰਡੈਕਸ ਵਾਟਰ ਦਾ ਸੀ, ਇਸ ਲਈ ਅਸੀਂ ਡਿਫਾਈਨ ਕੀਤਾ ਵਾਟਰ ਦਾ ਹੁੰਦਾ 4/3, ਇੱਕ ਦੀ ਵੈਲਿਊ ਯਾਦ ਵੀ ਰੱਖਾਂਗੇ, ਇੱਕ ਵਾਟਰ ਦਾ ਯਾਦ ਰੱਖ ਲਓ, ਇੱਕ 에ਅਰ ਦਾ, ਇੱਕ ਗਲਾਸ ਦਾ, ਇਸ ਤੋਂ ਇਲਾਵਾ ਕੋਈ ਮੀਡੀਅਮ ਹੋਏਗਾ ਤਾਂ ਤੁਹਾਡੇ ਕੋਲ ਡਿਫਾਈਨਡ ਹੋਏਗਾ। ਹੁਣ ਵਾਟਰ ਦਾ ਰਿਫਰੈਕਟਿਵ ਇੰਡੈਕਸ ਇੰਨਾ ਵਾ ਔਰ ਇਹ ਰੇਸ਼ੋ ਗ੍ਰੇਟਰ ਦੈਨ 1, ਤੇ ਜੇ ਆ ਰੇਸ਼ੋ ਗ੍ਰੇਟਰ ਦੈਨ 1 ਤੇ ਇਹਦਾ ਮਤਲਬ ਆ ਰੇਸ਼ੋ ਜੇ ਇਹਦੇ ਇਕੁਅਲ ਆ ਤੇ ਇਹ ਚ ਵੀ ਰੀਅਲ ਬਾਈ ਐਪਰੈਂਟ ਦੀ ਰੇਸ਼ੋ ਗ੍ਰੇਟਰ ਦੈਨ 1 ਹੋਗੀ, ਇਹਦਾ ਰੀਅਲ ਡੈਪਥ ਸ਼ੁੱਡ ਬੀ ਗ੍ਰੇਟਰ ਦੈਨ ਐਪਰੈਂਟ। ਇਹਦਾ ਮਤਲਬ ਕੀ ਹੋ ਗਿਆ ਕਿ ਜਿਹੜਾ ਮੈਨੂੰ ਵਾਟਰ ਟੈਂਕ ਦੀ ਡੈਪਥ ਅਪੀਅਰ ਹੁੰਦੀ ਪਈ ਆ ਹਨਾ, ਉਹ ਐਕਚੁਅਲ ਡੈਪਥ ਦੇ ਨਾਲੋਂ ਕੀ ਹੋਏਗੀ, ਜ਼ਿਆਦਾ ਹੋਈ ਯਾਰ। अब तो सामने ना लिखा पिया कि रियल बाय एपरेंट दी रेशियो A mu W आई और A mu W दी वैल्यू 1 ਤੋਂ ग्रेटर आई, ਤੇ ਜੇ ਦੋ ਚੀਜ਼ਾਂ ਦੀ ਰੇਸ਼ੋ 1 ਤੋਂ ਗ੍ਰੇਟਰ ਆ ਤੇ ਨਿਊਮੀਨੇਟਰ ਡਿਨੋਮੀਨੇਟਰ ਤੋਂ ਵੱਡਾ ਹੀ ਹੋਊਗਾ, ਇਹ ਮਤਲਬ ਰੀਅਲ ਡੈਪਥ ਜਿਹੜੀ ਹੋਏਗੀ ਉਹ ਐਪਰੈਂਟ ਤੋਂ ਕੀ ਹੋਏਗੀ, ਕਹਿੰਦਾ ਜੀ ਉਹ ਗ੍ਰੇਟਰ, ਇਹ ਮਤਲਬ ਰੀਅਲ ਡੈਪਥ ਮੇਰੇ ਕੋਲ ਜੇ ਐਪਰੈਂਟ ਤੋਂ ਗ੍ਰੇਟਰ ਆ ਤੇ ਮਤਲਬ ਮੈਨੂੰ ਜਿਹੜੀ ਡੈਪਥ ਅਪੀਅਰ ਹੁੰਦੀ ਪਈ ਜਿਹਨੂੰ ਐਪਰੈਂਟ ਕਹਿੰਦੇ ਪਏ ਹਨਾ, ਉਹ ਮੈਨੂੰ ਘੱਟ ਲੱਗਣੀ ਆ, ਕਹਿੰਦਾ ਜੀ ਐਕਚੁਅਲ ਡੈਪਥ ਨਾਲ। इसलिए ਅਸੀਂ ਕਹਿੰਦੇ ਜਿਹੜਾ ਵਾਟਰ ਟੈਂਕ ਹੋਏਗਾ that always appear to be shallower than the ਕਹਿੰਦਾ ਜੀ ਨਾਰਮਲ, ਇਹਨਾਂ ਪਹਿਲੋਂ ਕੀ ਇਹੀ ਰਿਜ਼ਲਟ ਦੇ ਵਿੱਚ ਆਪਾਂ ਇੱਕ ਸੈਕਿੰਡ ਟਰਮ ਕਰ ਲਈ, ਪਿਛਲੇ ਟੌਪਿਕ ਚ ਆਪਾਂ ਪੜ੍ਹੀ ਸੀ ਲੇਟਰਲ ਸ਼ਿਫਟ। ਲੇਟਰਲ ਸ਼ਿਫਟ ਸੀਗੀ ਕਿ ਜਦੋਂ ਗਲਾਸ ਸਲੈਬ ਦੇ ਥਰੂ ਲਾਈਟ ਅਮਰਜ ਕਰਦੀ ਹੈ ਹਨਾ, ਜਿਵੇਂ ਕੋਲ ਕੋਈ ਗਲਾਸ ਸਲੈਬ ਹੈਗੀ ਆ, ਇਹਦੇ ਵਿੱਚ ਲਾਈਟ ਕੋਈ ਇਨਸੀਡੈਂਟ ਕਰਕੇ ਜਦੋਂ ਦੂਜੇ ਪਾਸੇ ਬਾਹਰ ਨਿਕਲਦੀ, ਉਹ ਕਹਿੰਦਾ ਜਿਹੜੀ ਅਮਰਜੈਂਟ ਰੇ ਹੋਏਗੀ ਤੇ ਜਿਹੜੀ ਇਨਸੀਡੈਂਟ ਰੇ ਹੋਏਗੀ ਇਹ ਸਿਰਫ ਆਪਣੇ ਪਾਥ ਤੋਂ ਲੇਟਰਲੀ ਡਿਸਪਲੇਸ ਕਰਦੀ, ਇਹਨੂੰ ਅਸੀਂ ਨਾਮ ਦਿੱਤਾ ਸੀ ਕਿ ਇਹ ਲੇਟਰਲ ਸ਼ਿਫਟ ਆ, ਉਹਦਾ ਇੱਕ ਫਾਰਮੂਲਾ ਆਪਾਂ ਟਰਾਈ ਕੀਤਾ। ਹੁਣ ਉਹਨੇ ਕੁਐਸਚਨ ਚ ਕਿਹਾ ਵਾ ਕਿ ਵੀ ਨਾਰਮਲ ਸ਼ਿਫਟ ਕਿਹਨੂੰ ਕਹਿੰਦੇ, ਤੇ ਨਾਰਮਲ ਸ਼ਿਫਟ ਦਾ ਮਤਲਬ ਇਹ ਆ ਕਿ ਵੀ ਜਿੰਨੀ ਡੈਪਥ ਮੇਰੇ ਕੋਲ ਐਕਚੁਅਲ ਸੀਗੀ OA ਤੇ ਜਿਹੜੀ ਮੈਨੂੰ ਡੈਪਥ ਅਪੀਅਰ ਹੋਈ ਆ IA, ਇਹਨਾਂ ਦੋਨਾਂ ਚ OI ਦੇ ਬਰਾਬਰ ਦੀ ਲੈਂਥ ਦਾ ਡਿਫਰੈਂਸ ਆਇਆ, ਹਾਈਟ ਦਾ ਡਿਫਰੈਂਸ ਆ ਗਿਆ। ਆ ਜਿੰਨਾ ਇਹਦਾ ਮਤਲਬ ਆ ਆਬਜੈਕਟ ਆਪਣੀ ਥਾਂ ਤੋਂ ਮੈਨੂੰ ਰੇਸਡ ਹੁੰਦਾ ਲੱਗਦਾ ਪਿਆ, ਇਹਦੀ ਇੰਨੀ ਕਹਿੰਦਾ ਜੀ ਐਸਐਚ ਸ਼ਿਫਟਿੰਗ ਨੂੰ ਅਸੀਂ ਨਾਮ ਕੀ ਦੇ ਦਿੰਦੇ, ਨਾਰਮਲ ਸ਼ਿਫਟ। ਉਹ ਕਹਿੰਦਾ ਨਾਰਮਲ ਸ਼ਿਫਟ ਕੱਢਣੀ ਹੈ ਤਾਂ ਅਸੀਂ ਕੀ ਕਰੀਏ, OA ਦੇ ਵਿੱਚੋਂ IA ਨੂੰ ਕੀ ਕਰਾ ਲਓ ਮਾਈਨਸ, ਆਪਾਂ ਫਿਰ ਕੀ ਕੀਤਾ ਕਹਿੰਦਾ ਜੀ AO ਦੇ ਵਿੱਚੋਂ AI ਮਾਈਨਸ ਕਰਾ ਲਓ ਹਨਾ, ਇਹਨੂੰ ਮਿਊ ਦੀ ਫਾਰਮ ਚ ਲੈ ਕੇ ਜਾਣ ਵਾਸਤੇ ਕਿ ਰਿਫਰੈਕਟਿਵ ਇੰਡੈਕਸ ਦੀ ਫਾਰਮ ਚ ਲੈ ਜਾਣ, ਆਪਾਂ ਇਹਨੂੰ AO ਨਾਲ ਮਲਟੀਪਲਾਈ ਤੇ AO ਨਾਲ ਕੀ ਕਰ ਲਓ ਡਿਵਾਈਡ, AO ਨਾਲ ਕਿਉਂ AI ਨਾਲ ਕਿਉਂ ਨਹੀਂ, ਤੇ ਉਹਦਾ ਕਾਰਨ ਇਹ ਆ ਕਿ ਜੇ ਆ ਮੰਨ ਲਓ ਮੇਰੇ ਕੋਲ ਕੋਈ ਸਲੈਬ ਦਿੱਤੀ ਹੋਈ ਹੈ ਮੈਨੂੰ ਹਨਾ, ਜਿਹਦੇ ਅੰਦਰ ਵਾਟਰ ਮੀਡੀਅਮ ਫਿਲਡ ਹੈਗਾ ਜਾਂ ਕੋਈ ਲਿਕੁਇਡ ਫਿਲ ਹੈਗਾ, ਇਹਦੀ ਥਿਕਨੈਸ ਮੈਨੂੰ ਨੋਨ ਹੋਏਗੀ, ਅਗਰ ਸਮਝ ਲੱਗੀ ਉਹ ਤਾਂ ਆਪਾਂ ਇਹਨੂੰ ਐਪਰੈਂਟ ਇਹਨੂੰ ਰੀਅਲ ਦੀ ਫਾਰਮ ਚ ਕਿਉਂ ਲੈ ਕੇ ਚੱਲੇ, ਐਪਰੈਂਟ ਦੀ ਫਾਰਮ ਚ ਕਿਉਂ, ਠੀਕ ਹੈ। ਉਹਦਾ ਸਿੰਪਲ ਜਿਹਾ ਇੱਕ ਕਾਰਨ ਆ, ਮੈਨੂੰ ਨੇ ਕਹਿ ਦੀ ਇੱਕ ਗਲਾਸ ਸਲੈਬ ਆ ਜਿਸ ਚ ਮੈਂ ਆਇਲ ਫਿਲ ਕੀਤਾ ਹੋਇਆ ਕਿ 10 ਸੈਂਟੀਮੀਟਰ ਥਿਕਨੈਸ ਆ, ਇਹ ਚ ਜਦੋਂ ਕਿਸੇ ਆਬਜੈਕਟ ਨੂੰ ਮੈਂ ਅਬਜ਼ਰਵ ਕੀਤਾ ਦੱਸੋ ਕਿੰਨਾ ਉੱਪਰ ਲੱਗਿਆ, ਇਹ ਮਤਲਬ ਐਪਰੈਂਟ ਡੈਪਥ ਅਸੀਂ ਕੱਢਣੀ ਹੈ ਤੇ ਮੈਨੂੰ ਜੋ ਐਕਚੁਅਲ ਪਤਾ ਇਹਦੀ ਰੀਅਲ ਡੈਪਥ ਪਤਾ, ਯਾਨੀ ਮੈਨੂੰ ਆ ਗਲਾਸ ਸਲੈਬ ਦੀ ਥਿਕਨੈਸ ਪਹਿਲਾਂ ਤੋਂ ਨੋਨ ਹੋਏ, ਇਸ ਲਈ AO ਮੇਰਾ ਨੋਨ ਵੇਰੀਏਬਲ ਆ, AI ਮੇਰਾ ਅਨਨੋਨ ਆ ਜਿਹੜਾ ਮੈਂ ਫਾਈਂਡ ਆਊਟ ਕਰਦਾ, ਤੇ ਇਹਦਾ ਮੀਡੀਅਮ ਦਾ ਰਿਫਰੈਕਟਿਵ ਇੰਡੈਕਸ ਮੈਨੂੰ ਨੋਨ ਹੋਏ, ਇਹ ਮੈਂ ਮੇਰੇ ਨੋਨ ਵੇਰੀਏਬਲ ਦੋ ਕਿਹੜੇ ਹੋ ਗਏ, ਇਹਦੇ ਵਿੱਚ ਦੋ ਨੋਨ ਵੇਰੀਏਬਲ ਕਿਹੜੇ ਬਣੇ, ਇੱਕ ਇਹਦੀ ਰੀਅਲ ਡੈਪਥ ਨੋਨ ਹੋਏਗੀ ਜਿਹੜੀ ਗਲਾਸ ਸਲੈਬ ਦੀ ਥਿਕਨੈਸ ਬਣ ਸਕਦੀ, ਤੇ ਦੂਜਾ ਇਹਦਾ ਰਿਫਰੈਕਟਿਵ। ਇਹਨਾਂ ਦੋ ਵੇਰੀਏਬਲ ਦੇ ਅੰਦਰ ਤੁਸੀਂ ਨਾਰਮਲ ਸ਼ਿਫਟ ਨੂੰ ਡਿਫਾਈਨ ਕਰੋ, ਉਹਦੇ ਲਈ ਆਪਾਂ ਇਹਨੂੰ AO ਨਾਲ ਮਲਟੀਪਲਾਈ ਤੇ AO ਨਾਲ ਡਿਵਾਈਡ ਕਰ, ਠੀਕ ਹੈ ਜੀ। ਡਿਵਾਈਡ ਵਾਲਾ ਦੋਨਾਂ ਟਰਮ ਚ ਐਡਜਸਟ ਕਰ ਲਓ, AO 1 - KI/AO ਆ ਗਿਆ, ਤੇ ਆ ਮੇਰੇ ਕੋਲ ਜਿਹੜੀ ਮੇਰੀ ਐਪਰੈਂਟ ਤੇ ਰੀਅਲ ਡੈਪਥ ਕਿਹਦਾ ਜਿਹੜੇ ਪੁਆਇੰਟਸ, ਇਹ ਮੇਰਾ ਆਪਣਾ ਰਿਲੇਸ਼ਨ x 1 - y/x ਆਂਦਾ ਹੈ, ਤੇ ਆ y/x ਜਿਹੜਾ ਵਾ ਉਹ ਅਸੀਂ ਇੱਥੇ ਡਿਫਾਈਨ ਕੀਤਾ ਹੋਇਆ ਕਿ x/y ਮੇਰੇ ਕੋਲ ਕੀ ਬਣਦਾ A mu W, ਇਹਦਾ ਮਤਲਬ ਇਹਨੂੰ ਰੇਸ਼ੋ ਦੇ ਵਿੱਚ x/y ਪੜ ਲਵਾਂ ਤੇ ਇਹਨੂੰ ਅਸੀਂ ਕਹਿੰਦਾ ਜੀ ਐਸਾ ਚ A mu W ਜਾਂ ਸਿੰਪਲ mu ਲਿਖ ਸਕਦਾ, ਅਗਰ ਕਲੀਅਰ ਇਹ ਮਤਲਬ ਆਪਣੇ ਕੋਲ ਨਾਰਮਲ ਸ਼ਿਫਟ ਨੂੰ ਲਿਖਣਾ ਹੋਵੇ ਜਨਰਲ ਫਾਰਮੂਲਾ ਲਿਖ ਤੇ ਆ ਲਿਖ ਸਕਦੇ ਕਿ ਜਿਹੜੀ ਨਾਰਮਲ ਸ਼ਿਫਟ ਆ ਉਹਦਾ ਫਾਰਮੂਲਾ ਮੇਰੇ ਕੋਲ ਕੀ ਆ ਗਿਆ, ਗਲਾਸ ਸਲੈਬ ਦੀ ਥਿਕਨੈਸ into 1 - 1/μ, ਆ ਫਾਰਮੂਲਾ ਆਪਣੇ ਕੋਲ ਯੂਜ਼ ਹੋਏਗਾ ਜੇ ਮੈਨੂੰ ਇਹਦੀ ਥਿਕਨੈਸ ਦਿੱਤੀ ਹੋਵੇ ਕਿੰਨੀ ਆ, ਠੀਕ ਹੈ, ਤੇ ਇਸ ਮੀਡੀਅਮ ਦਾ ਰਿਫਰੈਕਟਿਵ ਇੰਡੈਕਸ ਪਤਾ ਹੋ, ਇਹਨਾਂ ਦੋ ਵੇਰੀਏਬਲ ਦੀ ਫਾਰਮ ਚ ਤੁਹਾਡੇ ਕੋਲ ਨਾਰਮਲ ਸ਼ਿਫਟ ਨੂੰ ਆਪਾਂ ਕਿਦਾਂ ਵੀ ਜਨਰਲਾਈਜ਼ ਕਰਨਾ, ਇਹਨਾਂ ਕਲੀਅਰ ਹੈ ਜੀ। ਇਹਨਾਂ ਸਮਝ ਲੱਗ ਰਿਹਾ ਬੱਚੇ, Yes, sir.
ਉਹ ਬਾਕੀ ਗੂੰਗਿਆਂ ਨੂੰ ਸਮਝ ਲੱਗਿਆ कीर्ति वर्मा समझ लग गया किरण कीर्ति वर्मा आस्था स्नेहा Yes, sir. टोटल इंटरनल रिफ्लेक्शन in brackets लिख दियो in short TIR TIR देखो it is a phenomena of reflection of light. It is a phenomena of reflection of light into a denser medium. Reflection of light into a denser medium from an interface which separate denser medium from the rarer medium. Next line. Conditions for TIR. Conditions for TIR. Number 1. Light should travel from denser medium to a rarer medium. Light should travel from denser medium to a rarer medium. Number 2. Angle of incidence in the denser medium. Angle of incidence in the denser medium should be greater than critical angle. Should be greater than critical angle. Next line, critical angle the definition दे दी. It is the angle of incidence. It is the angle of incidence in the denser medium. It is the angle of incidence in the denser medium. When angle of refraction, reflection नहीं किया, refraction. It is the angle of incidence in the denser medium. When angle of refraction in a rarer medium, equal to 90 degree. बस कहना करो कल करेंगे इस टॉपिक में छुट्टी ना करियो ठीक है टॉपिक कल वाला इंपॉर्टेंट होएगा ये वाला नहीं इसको बाद वाला खास करके चलो ओके बच्चे